ਵਿੱਚ ਹੋ ਸਕਦਾ। ਸਾਡੀ ਬੇਨਤੀ ਹੈ ਕਿ ਸਾਨੂੰ FIR ਦੀ ਕਾਪੀ ਦਿੱਤੀ ਜਾਵੇ ਤਾਂ ਕਿ ਅਸੀਂ ਅਗਲੀ ਕਾਰਵਾਈ ਨੂੰ ਸ਼ੁਰੂ ਕਰ ਸਕੀਏ। ਧੰਨਵਾਦ। रातों रात मोबाइल सिम स्वैप हो गया। करोड़ों की फर्म के मालक नूं लग गया लखां दा रगड़ा। पर इंसाफ लैण वास्ते की करना पिया, लाना पै गया धरना, क्योंकि पुलिस आम तौर पर इहो जिहे केसां च सुनवाई नहीं करती। पर इत्थे वड्डी रकम इनवॉल्व सी। दरअसल फगवाड़े की यह खबर है जिथे एक फैक्ट्री के खाते जो 25 लाख तो भी वध की रकम निकल गई। मालक ने जो जांच की तो पता लग्या कि उसका मोबाइल सिम स्वैप कर लिया गया सी। मोबाइल सिम स्वैप करन तो बाद अकाउंट नाल ऐसी छेड़खान की गई कि उसदे विचों एक तो बाद एक 3 खात्यां 6 ट्रांजैक्शनां कर दित्तियां गईयां ते 25 लाख हवा हो गया। ਜਦੋਂ बैंक कोल पड़ताल करन पहुंचे तो बैंक ने दस्सिया कि यह तो RTGS होईयां ने, जिस तो बाद पता लग्या कि इस गैंग ने उन्हां दा सिम ही स्वैप कर लिया सी ते सारी रकमां वेस्ट बंगाल के खात्यां 'च ट्रांसफर होईयां ते मिनटां 'च उत्थों भी पैसे निकल के गायब हो गए। हुण जदों वह बैंकां कोल गए तो बैंकां ने FIR की कापी मंगनी शुरू कर दी। मोबाइल कंपनी को गए, उन्होंने भी FIR की कापी मंगनी शुरू कर दी। पुलिस को आए तो पुलिस ने लाए लारे ही लारे। आखिरकार धरना लाना पिया इंसाफ लैण वास्ते। पर यह खबर तुहानू सबक दे सकती है कि किवें थोड़ी जी गलती तुहाडे अकाउंट खाली कर सकती है। आप ही सुन लो की है पूरा मामला। दैनिक मेल पंजाबी टीवी के लिए फगवाड़ा तो चावला की रिपोर्ट। सर इदा सी जी, साडी फर्म आ प्रदीप इंजीनियरिंग इंडस्ट्री के फगवाड़ा। मैं पार्टनर है जी। सोमवार नूं ਅਸੀਂ ਬਾਹਰ ਸੀਗੇ। ਮੰਗਲਵਾਰ ਨੂੰ ਜੋ ਸਵੇਰੇ ਆ ਕੇ ਅਸੀਂ ਆਨਲਾਈਨ ਆਪਣੀ ਸਟੇਟਮੈਂਟ ਚੈੱਕ ਕੀਤੀ ਤੇ ਉਹਦੀ ਪਤਾ ਲੱਗਾ ਕਿ ਸਾਡੇ ਅਕਾਊਂਟ ਵਿੱਚੋਂ ਕਿਸੇ ਨੇ 28 ਲੱਖ ਤੇ 84 ਹਜ਼ਾਰ ਰੁਪਏ ਦੀਆਂ 6 ਟ੍ਰਾਂਜੈਕਸ਼ਨਸ ਨਿਕਾਲ ਲਈਆਂ RTGS ਦੇ ਥਰੂ। ਜਦਕਿ ਸਾਨੂੰ ਉਹਦੇ ਬਾਰੇ ਬਿਲਕੁਲ ਪਤਾ ਨਹੀਂ ਸੀ, ਨਾ ਸਾਡੇ ਕੋਲ ਦਾ ਕੋਈ OTP ਆਇਆ, ਨਾ ਅਸੀਂ ਟ੍ਰਾਂਜੈਕਸ਼ਨ ਪਾਸ ਕੀਤੀਆਂ। ਔਰ ਉਹ ਜਿਹੜੇ ਬੰਦਿਆਂ ਦੇ ਅਕਾਊਂਟ ਵਿੱਚ ਗਈਆਂ ਉਹ ਬਿਲਕੁਲ ਅਨਨੋਨ ਬੰਦੇ ਸੀ ਔਰ ਉਹ ਕਲਕੱਤੇ ਦੇ ਕਿਸੇ ਅਕਾਊਂਟ ਵਿੱਚ ਗਈਆਂ, ਕਲਕੱਤਾ ਜਾਂ ਬੰਗਾਲ ਜੋ ਮਰਜ਼ੀ ਕਹਿ ਲਓ। ਤੇ ਬਸ ਉਸ ਤੋਂ ਬਾਅਦ ਫਿਰ ਅਸੀਂ ਇਮੀਡੀਏਟ ਸਾਨੂੰ ਲੱਗਾ ਕਿ ਇਹ ਗੜਬੜ ਆ। ਅਸੀਂ ਬੈਂਕ ਜਾ ਕੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ। ਉਹਨਾਂ ਨੇ ਅੱਗੇ ਪਤਾ ਕੀਤਾ, ਉਹ ਕਹਿੰਦੇ ਜੀ ਇਹ ਤਾਂ ਬੰਗਾਲ ਦੇ ਵਿੱਚ ਗਈਆਂ ਹੀ ਆ। ਐਕਚੁਅਲੀ ਉਸ ਦੌਰਾਨ ਨਾ ਮੇਰਾ ਸਿਮ ਵੀ ਬੰਦ ਹੋ ਗਿਆ ਸੀ ਤੇ ਮੈਂ ਜਦੋਂ ਸਿਮ ਇਸ਼ੂ ਕਰਾਉਣ ਗਿਆ ਤੇ ਉਹ ਕਹਿੰਦੇ ਜੀ ਤੁਹਾਡਾ ਸਿਮ ਤਾਂ ਇੱਕ ਦਿਨ ਪਹਿਲਾਂ ਕਿਸੇ ਹੋਰ ਨੇ ਇਸ਼ੂ ਕਰਵਾ ਲਿਆ, ਲੇਕਿਨ ਇੱਥੋਂ ਨਹੀਂ ਕਰਵਾਇਆ। ਇਹ ਨਹੀਂ ਸਾਨੂੰ ਪਤਾ ਕਿੱਥੋਂ ਕਰਵਾਇਆ, ਫਗਵਾੜੇ ਤੋਂ ਨਹੀਂ ਕਰਵਾਇਆ। ਤੇ ਉਹ ਡਾਊਟ ਜਿਹੜਾ ਸੀਗਾ ਨਾ ਜੀ, ਉਹ ਸਵੇਰੇ ਆ ਕੇ ਸਾਨੂੰ ਲੱਗਾ ਕਿ ਇਹ ਤਾਂ ਇਸ ਦੇ ਨਾਲ ਹੀ ਰਿਲੇਟਡ ਚੀਜ਼ ਹੈ। बैंक गए, बैंक वाले ने दसिया, बैंक वाले ने अपनी कार्रवाई शुरू की। लेकिन ये है कि वो यही कह रहे थे कि सानू तो FIR की कॉपी दो, उस तो बाद ही असी कुछ भी कर सकते हैं। असी रेडिफ मेल वाले को गए कि साडियां मेलां चैक कराओ, असी वोडाफोन वाले को गए, वो सारे ने एको गल कही कि सानू FIR दी जाए। तो असी अगले दिन जिदन समझ लो बुधवार वाले दिन असी इत्थे आके ना जी अपना एक बयान इत्थे दे गए सी ते कहंदे सी कोई गल नहीं, अज छठ दा दिन ना, अज दा दिन रुक जाओ ਤੇ ਅਸੀਂ ਤੁਹਾਨੂੰ ਅਗਲੇ ਦਿਨ ਨਾ FIR ਇਸ਼ੂ ਕਰਾ ਦੇਵਾਂਗੇ। FIR ਅਗਲੇ ਦਿਨ ਵੀ ਅਸੀਂ ਆਪਣੇ ਜਾ ਕੇ ਫਿਰ ਬਿਆਨ ਨੋਟ ਕਰਵਾਤੇ। ਕੱਲ ਫਿਰ ਹੋਈ ਕਿ 5 ਵਜੇ ਤੱਕ ਅਸੀਂ FIR ਚਾਹੀਦੀ ਹੈ, ਕਹਿੰਦੇ ਚਲੋ 5 ਵਜੇ ਤੱਕ ਨਹੀਂ 8 ਵਜੇ ਤੱਕ ਦੇ ਦੇਵਾਂਗੇ। ਫਿਰ ਰਾਤ ਨੂੰ ਵੀ FIR ਨਹੀਂ ਸਾਨੂੰ ਮਿਲੀ ਤੇ ਸਵੇਰੇ ਅਸੀਂ ਕਰਨ ਗਏ ਤਾਂ ਸਵੇਰੇ ਵੀ ਹਾਲੇ ਤੱਕ ਕੋਈ ਕਾਰਵਾਈ ਸੀਗੀ ਨਹੀਂ। ਤੇ ਫਿਰ ਅਸੀਂ ਤਾਂ ਹੀ ਥੋੜ੍ਹਾ ਜਿਹਾ ਇੱਥੇ SP ਸਾਹਿਬ ਦੇ ਕੋਲ ਆਏ ਸੀ ਕਿ ਸਾਨੂੰ ਇਮੀਡੀਏਟ FIR ਦਿਓ ਤਾਂ ਕਿ ਸਾਡਾ ਜਿਹੜਾ ਅਗਲਾ ਕੰਮ ਉਹ ਚੱਲ ਸਕੇ, ਕਿਉਂਕਿ ਫਰੋਡ ਦੀ ਰਕਮ ਬਹੁਤ ਵੱਡੀ ਹੈ। ਜਿਹਦੇ ਕੋਲ ਵੀ ਜਾਂਦੇ ਆ ਅਗਲਾ FIR ਮੰਗਦਾ ਹੀ ਆ। ਤੇ ਉਹ ਉਸ ਕਰਕੇ ਥੋੜ੍ਹਾ ਜਿਹਾ ਫਿਰ ਇਹਨਾਂ ਨਾਲ ਹੋਈ ਆ। ਤੇ ਹੁਣ ਇਹਨਾਂ ਨੇ ਇਹ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ 3 ਵਜੇ ਤੱਕ ਤੁਹਾਨੂੰ FIR ਮਿਲ ਜਾਏਗੀ। ਤੇ ਅਸੀਂ ਇਸ ਕਰਕੇ ਆਪਣਾ ਹੁਣ ਇੱਥੋਂ SP ਸਾਹਿਬ ਦੇ ਆਸ਼ਵਾਸਨ ਦੇ ਉੱਪਰ ਅਸੀਂ ਕਰਨਾ ਖਤਮ ਕਰ। ਜਿਹੜੇ ਤੁਸੀਂ ਸਿਮ ਦੀ ਗੱਲ ਕਰ ਰਹੇ ਹੋ, ਪੋਸਟਪੇਡ ਸੀ ਪ੍ਰੀਪੇਡ? ਪੋਸਟਪੇਡ ਸੀ, ਕਾਰਪੋਰੇਟ ਕਨੈਕਸ਼ਨ ਸੀ। ਤੇ ਜਿਹੜੇ ਵਿਦਆਊਟ ID ਤੋਂ ਨੰਬਰ ਇਸ਼ੂ ਹੋ ਗਏ, ਇਹ ਹੀ ਨਹੀਂ ਪਤਾ ਲੱਗਾ ਕਿਉਂਕਿ ਕਾਰਪੋਰੇਟ ਕਨੈਕਸ਼ਨ ਦੇ ਵਿੱਚ ਤਾਂ ਜੀ ਸਾਨੂੰ ਈਮੇਲ ID ਤੋਂ ਆਪਣੀ ਈਮੇਲ ਕਰਨੀ ਪੈਂਦੀ ਆ ਤਾਂ ਜਾ ਕੇ ਸਿਮ ਐਕਟਿਵ ਹੁੰਦਾ ਹੈ। ਤੇ ਹੁਣ ਜਿਹੜਾ ਦੂਜਾ ਸਿਮ ਇਹਨਾਂ ਨੇ ਐਕਟਿਵ ਕੀਤਾ ਆ ਉਹ ਕਿਸ ਤਰ੍ਹਾਂ ਕੀਤਾ ਆ, ਕੀ ਉਹਨਾਂ ਨੂੰ ਪ੍ਰੂਫ ਲਿੱਤੇ ਆ, ਇਹ ਸਾਨੂੰ ਪਤਾ ਨਹੀਂ। ਇਹ ਤਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਉਹਦੇ ਵਿੱਚ ਹੀ ਪਤਾ ਲੱਗੇਗਾ। ਜਿਹੜਾ ਤੁਸੀਂ ਦੱਸ ਰਹੇ ਪੇਮੈਂਟ ਟ੍ਰਾਂਜੈਕਸ਼ਨ ਕਿੰਨੇ ਅਕਾਊਂਟ ਟ੍ਰਾਂਜੈਕਸ਼ਨ ਹੋਈ? 3 ਅਕਾਊਂਟ ਵਿੱਚ ਟੋਟਲ ਟ੍ਰਾਂਜੈਕਸ਼ਨ ਗਈਆਂ ਜੀ। ਉਹ ਤਿੰਨੇ ਅਕਾਊਂਟ ਆਪਣੇ ਇੱਧਰ ਦੇ ਕਿ ਬਾਹਰਲੇ? ਨਹੀਂ, ਬਾਹਰਲੇ ਆ ਜੀ, ਤਿੰਨੋਂ ਕਲਕੱਤੇ ਬੰਗਾਲ ਸਾਈਡ ਦੇ। ਹਾਂਜੀ, ਸਾਡੇ ਅਕਾਊਂਟ ਤੋਂ 3 ਟ੍ਰਾਂਜੈਕਸ਼ਨ ਹੋਈਆਂ ਜਿਹੜੀ ਨਹੀਂ, ਸਾਡੇ ਅਕਾਊਂਟ ਵਿੱਚ ਟੋਟਲ 6 ਟ੍ਰਾਂਜੈਕਸ਼ਨਸ ਹੋਈਆਂ, 3 ਅਕਾਊਂਟਸ ਦੇ ਵਿੱਚ ਗਈਆਂ। ਜਿਹੜੇ ਉਹਨਾਂ ਨੇ ਕੀਤੀ ਹੈ, ਤੁਸੀਂ ਸਟੇਟਮੈਂਟ ਜਿਹੜੀ ਕਢਾਈ ਹੈ ਆਪਣੇ ਲੈਵਲ ਦੇ ਜਿਹੜੇ ਕਿਸੇ ਇਨਵੈਸਟੀਗੇਸ਼ਨ ਕੀਤੀ ਹੈ, ਪਤਾ ਲੱਗਾ ਉਹਨਾਂ ਨੇ ਕਿੰਨੇ ਟ੍ਰਾਂਜੈਕਸ਼ਨਾਂ ਦੇ ਵਿੱਚ ਆਪਣੇ ਅਮਾਊਂਟ ਕਢਾਈ ਹੈ ਤੇ ਉਹ PTM ਦੇ ਨਹੀਂ, ਇਹ ਐਕਚੁਅਲੀ ਜਿਹੜੀ ਗਈ ਹੈ ਨਾ ਜੀ ਪੇਮੈਂਟ, ਇਹ ਗਈ ਹੈ ICICI ਬੈਂਕ ਦੇ ਵਿੱਚ। ਸਾਡਾ ਅਕਾਊਂਟ ਹੈਗਾ HDFC ਵਿੱਚ।
ਤੇ ICICI ਬੈਂਕ ਕੋਲ ਜੇ ਡਿਟੇਲਸ ਲੈਣੀ ਆ ਤਾਂ ਫਿਰ ਉਹਨਾਂ ਨੇ FIR ਕਾਪੀ ਦੇ ਕੇ ਪੁਲਿਸ ਵਾਲੇ ਡਿਟੇਲ ਲੈ ਸਕਦੇ ਜੀ, ਸਾਨੂੰ ਤਾਂ ਡਿਟੇਲ ਨਹੀਂ ਦੇ ਸਕਦੇ। ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਉਹਨਾਂ ਨੇ ATM ਥਰੂ ਉਸ ਅਕਾਊਂਟ ਦੇ ਵਿੱਚੋਂ ਵੀ ਪੇਮੈਂਟਾਂ ਨਿਕਲ ਚੁੱਕੀਆਂ। ਹਾਂਜੀ ਹਾਂਜੀ, ਉਹ ਤਾਂ ਸਾਨੂੰ HDFC ਵਾਲਿਆਂ ਨੇ ਆਪਣੇ ਤੌਰ ਤੇ ਇੱਕ ਵਾਰੀ ਪਤਾ ਕਰਕੇ ਦੱਸ ਦਿੱਤਾ ਸੀ ਕਿ ਇੱਦਾਂ ਜੀ ਉਹ ਅਗਲੇ ਅਕਾਊਂਟ ਵੀ ਖਾਲੀ ਹੋ ਚੁੱਕੇ ਆ। ਹੁਣ ਉਹ ਕਿੱਦਾਂ ਖਾਲੀ ਹੋਏ ਉਹਦੀ ਡਿਟੇਲ ਨਹੀਂ ਹੈ ਸਾਡੇ ਕੋਲ। ਕੁਝ ATM ਦੇ ਥਰੂ ਹੋਏ ਸੀ, ਕੁਝ ਉਹਨਾਂ ਨੇ ਅੱਗੇ ਟ੍ਰਾਂਸਫਰ ਕਰ ਦਿੱਤੇ ਅਗਲੇ ਅਕਾਊਂਟਾਂ ਵਿੱਚ। ਇਹਦੀ ਕੋਈ ਪੱਕੀ ਨੌਲੇਜ ਨਹੀਂ ਹੈ, ਇਹ ਤਾਂ ਹੁਣ ਜਦੋਂ ਇਨਵੈਸਟੀਗੇਸ਼ਨ ਹੋਏਗੀ ਫੇਰ ਹੀ ਪਤਾ ਲੱਗੇਗਾ। ਇਸ ਮਸਲੇ ਤੇ ਅਸੀਂ ਇਹਨਾਂ ਨੇ ਤੁਹਾਡੇ ਕੋਲ ਆਏ ਬੇਸਿਕਲੀ ਇਹਨਾਂ ਦੇ ਨਾਲ ਜਿਹੜਾ ਸਾਈਬਰ ਦੇ ਨਾਲ ਰਿਲੇਟਡ ਕ੍ਰਾਈਮ ਹੋਇਆ, ਜੋ ਇਹਨਾਂ ਦੇ ਦੱਸਣ ਮੁਤਾਬਕ ਹਾਲੇ ਸਾਡੀ ਇਨਕੁਆਇਰੀ ਪ੍ਰੋਸੈਸ ਹੈਗੀ ਹੈ। ਇਹਨਾਂ ਦੱਸਣ ਮੁਤਾਬਕ 4 ਤਰੀਕ ਤੋਂ ਇਹਨਾਂ ਦਾ ਜਿਹੜਾ ਸਿਮ ਬੰਦ ਹੋਇਆ। ਕੰਪਨੀ ਤੋਂ ਰਿਕੁਐਸਟ ਪਾਈ, ਨਵਾਂ ਸਿਮ ਲਿਆ, ਉਹ ਫਿਰ ਬੰਦ ਹੋ ਗਿਆ। 6 ਤਰੀਕ ਨੂੰ ਦੁਬਾਰਾ ਇਹਨਾਂ ਨੇ ਜਦੋਂ ਆਫਟਰ ਜਿਹੜੀ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਫੈਕਟਰੀ ਜਾ ਕੇ ਦੇਖਿਆ ਤੇ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਅਪਰੋਕਸੀਮੇਟਲੀ 28,84,000 ਰੁਪਈਆ ਜਿਹੜਾ ਵਿਡਰਾ ਹੋਇਆ ਸੀ, ਜਿਹੜਾ ਕਿ ਵੱਖ-ਵੱਖ ਅਕਾਊਂਟਸ ਦੇ ਵਿੱਚ ਅੱਗੇ ਸ਼ਿਫਟ ਹੋ ਗਿਆ। ਔਰ ਇਹਨਾਂ ਨੇ ਜਦੋਂ ਕੰਪਨੀ ਤੋਂ ਜਿਹੜੀ ਹੈਗੀ ਆ ਆਪਣੇ ਮੋਬਾਈਲ ਆਪਰੇਟਰ ਵੋਡਾਫੋਨ ਹੈਗਾ ਇਹਨਾਂ ਦਾ, ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੀ ਜੀ ਆਲਰੇਡੀ ਸਿਮ ਜਿਹੜੀ ਤੁਹਾਡੀ ਅਸੀਂ ਇਸ਼ੂ ਕਰ ਚੁੱਕੇ। ਉਹ ਕਹਿੰਦੀ ਸਾਡੇ ਕੋਲ ਤਾਂ ਚੱਲਦੀ ਨਹੀਂ ਹੈਗੀ। ਪਰੰਤੂ ਜਦੋਂ ਇਹਨਾਂ ਨੇ ਆਪਣੇ ਲੈਵਲ ਤੇ ਹਾਲੇ ਇਹਨਾਂ ਨੇ ਪਤਾ ਕਰਾਇਆ ਵੀ ਵੈਸਟ ਬੰਗਾਲ ਦੇ ਵਿੱਚ ਉਹ ਐਕਟਿਵ ਹੋਈ ਆ, ਜਿਹੜੀ ਸੈਕੰਡ ਸਿਮ ਆ ਜੋ ਇਹ ਦੱਸ ਰਹੇ ਆ। ਔਰ ਜਿਹੜੇ ਅਕਾਊਂਟ ਵੀ ਜਿਨ੍ਹਾਂ 'ਚ ਪੈਸੇ ਟ੍ਰਾਂਸਫਰ ਹੋਏ ਵੀ ਉਹ ਵੀ ਵੈਸਟ ਬੰਗਾਲ ਦੇ ਹੈਗੇ ਆ। ਉਹਦੀ ਸੰਬੰਧ ਵਿੱਚ ਅਸੀਂ ਹਾਲੇ FIR ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ। ਸਰ ਅਮਾਉਂਟ ਟੋਟਲ ਇੰਨੀ ਹੈ ਜੋ ਇਹਨਾਂ ਦੇ ਦੱਸਣ ਮੁਤਾਬਕ 28,84,000 ਰੁਪਈਆ ਜਿਹੜਾ ਹੈਗਾ ਆ ਉਹ ਵਿਡਰਾ ਹੋਇਆ ਇਹਨਾਂ ਦੇ ਅਕਾਊਂਟ ਤੇ। ਕਿੰਨੇ ਉਹਦੇ ਵਿੱਚ 4 ਦਿਨ ਤੋਂ ਅਸੀਂ Total ਚਾਰ ਦਿਨ ਤੋਂ ਦਰਖਾਸਤ ਦਿੱਤੀ, ਪੁਲਿਸ ਸੁਣ ਨਹੀਂ ਸੀ ਰਹੀ। ਉਹਦੇ ਵਿੱਚ ਕੀ ਕਹਿਣਾ? 4 ਦਿਨ ਤੋਂ FIR ਨਹੀਂ ਦਰਜ ਹੋਈ। ਬੇਸਿਕਲੀ ਜੋ ਗਾਈਡਲਾਈਨਸ ਹੈਗੀਆਂ ਔਰ ਜੋ ਨੋਟੀਫਿਕੇਸ਼ਨਸ ਹੈਗਾ, ਕੋਈ ਵੀ 420 ਦੀ ਕੰਪਲੇਂਟ ਆਉਂਦੀ ਆ ਉਹਦੀ ਆਫਟਰ ਇਨਕੁਆਇਰੀ ਹੀ FIR ਦਰਜ ਹੋਈ। ਸਰ ਸਾਰਿਆਂ ਲਈ ਸੇਮ ਪ੍ਰੋਸੈਸ ਹੈਗਾ ਆ। ਸਰ ਕਲੀਅਰ ਹੋ ਗਿਆ ਇਹਦੇ ਵਿੱਚ ਕਿਹੜੇ ਟ੍ਰਾਂਜੈਕਸ਼ਨ ਹੋਈਆਂ ਇਹਦੇ ਵਿੱਚ? ਕਿੰਨੀ ਟ੍ਰਾਂਜੈਕਸ਼ਨ ਹੈ ਸਰ? ਟੋਟਲ ਤਿੰਨ ਅਕਾਊਂਟ ਦੇ ਵਿੱਚ 4 ਟ੍ਰਾਂਸਫਰਸ ਹੋਈਆਂ ਹੈ। ਤੇ ਜਿਹੜੇ ਅਕਾਊਂਟ ਹੈ ਸਰ ਪ੍ਰਾਈਵੇਟ ਬੈਂਕ ਹੈ ਜਾਂ ਗਵਰਨਮੈਂਟ ਬੈਂਕ ਹੈ? ਨਹੀਂ, ਪ੍ਰਾਈਵੇਟ ਬੈਂਕ ਹੈਗੀ ਹੈ। ਇਹਨਾਂ ਦਾ HDFC ਚ ਆ, ਜਿਹੜੇ ਦੂਜੇ ICICI ਬੈਂਕ ਆ ਜਿਨ੍ਹਾਂ 'ਚ ਪੈਸੇ ਇਹਨਾਂ ਦੇ ਪਏ। FIR ਹੋ ਗਈ ਸਰ? FIR ਦਰਜ ਕਰਾਂਗੇ, ਜੋ ਪ੍ਰੋਸੈਸ ਹੈਗਾ ਉਹੀ ਅਡਾਪਟ ਕਰਾਂਗੇ। ਉਹ ਸਾਰਿਆਂ ਲਈ ਇੱਕੋ ਹੀ ਹੈ, ਕਿਸੇ ਲਈ ਵੱਖਰਾ ਤਾਂ ਨਹੀਂ ਹੈਗਾ। ਮੁੱਢਲੀ ਇਨਕੁਆਇਰੀ ਤੋਂ ਬਾਅਦ ਜੋ ਮਾਨਯੋਗ SSP ਸਾਹਿਬ ਨੂੰ ਅਪਰੂਵਲ ਆਉਂਦੀ ਉਹਦੇ ਮੁਤਾਬਕ ਹੀ FIR ਦਰਜ ਹੁੰਦੀ ਹੈ। ਉਹ ਸਾਰਿਆਂ ਲਈ ਸੇਮ ਹੈਗਾ ਆ। 420 ਦਾ ਜੋ ਵੀ ਪ੍ਰੋਸੈਸ ਹੈਗਾ ਉਹੀ ਅਡਾਪਟ ਕਰਨਾ ਅਸੀਂ। ਔਰ ਜੋ ਨਾਲ 67 IT ਐਕਟ ਹੈਗਾ ਆ, ਕੋਈ ਹੋਰ ਅਫੈਂਸ ਹੋਊਗੀ ਜਾਂ ਕੋਈ ਹੋਰ ਬੰਦੇ ਇਨਵੋਲਵ ਹੈਗੇ, ਚਾਹੇ ਬੈਂਕ ਹੋਵੇ ਚਾਹੇ ਵੋਡਾਫੋਨ ਕੰਪਨੀ ਹੋਵੇ, ਉਹ ਵੀ ਇਨਵੋਲਵ ਹੋਣਗੇ। ਥੈਂਕ ਯੂ ਸਰ। ਇਹਨਾਂ ਦੀ ਮੰਗ ਸੀ ਜੀ ਵੀ ਮੰਨ ਲਓ ਤਿੰਨੇ ਹੀ ਚੀਜ਼ਾਂ ਜਿਹੜੀਆਂ ਤਿੰਨੇ ਹੀ ਕੰਪਨੀਆਂ, ਮੰਨ ਲਓ ਸਾਡਾ ਬੈਂਕ, ਉਹਨਾਂ ਦਾ ਬੈਂਕ ਤੇ ਪਲੱਸ ਕੰਪਨੀ, ਵੀ ਉਹਨਾਂ ਤੇ FIR ਦਰਜ ਹੋਵੇ। ਉਹਦੇ ਲਈ ਕੀ ਕਹਿਣਾ? ਵੀ ਮੰਨ ਲਓ ਕੰਪਨੀਆਂ ਇਨਵੋਲਵ ਕਰ ਰਹੇ ਤੁਸੀਂ? ਬੇਸਿਕਲੀ ਇਨਵੈਸਟੀਗੇਸ਼ਨ ਦਾ ਪਾਰਟ ਆ। ਕੰਪਨੀਜ਼ ਨੂੰ ਇਨਵੋਲਵਮੈਂਟ, ਕੰਪਨੀ ਦੇ ਵਿੱਚ ਕੋਈ ਵਰਕ ਹੋ ਸਕਦਾ ਹੈ, ਮਿਲੀ ਭੁਗਤ ਹੋ ਸਕਦੀ ਉਹਦੀ। ਔਰ ਸਾਡੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ। ਜਿਹੜਾ ਵੀ ਇਨਵੈਸਟੀਗੇਸ਼ਨ ਦੇ ਵਿੱਚ ਫਾਲਟੀ ਹੋਏਗਾ, ਫਿਲਹਾਲ ਤਾਂ ਜਿਹੜੇ ਅਕਾਊਂਟਸ ਦੇ ਵਿੱਚ ਟ੍ਰਾਂਸਫਰ ਹੋਏ ਆ ਪੈਸੇ, ਉੱਥੇ ਹੀ ਸਟਾਰਟ ਹੋਊਗੀ। ਔਰ ਉਹਦੀ ਫਰਦਰ ਇਨਵੈਸਟੀਗੇਸ਼ਨ ਦੌਰਾਨ ਹੀ ਕਿੱਥੇ ਗਲਤ ਹੋਇਆ, ਕੰਪਨੀ ਕੋਲ, ਵੋਡਾਫੋਨ ਕੋਲ ਜਾਂ ਬੈਂਕ ਵਾਲਿਆਂ ਨੇ, ਕਿਉਂਕਿ ਇਹਨਾਂ ਦੱਸਣ ਮੁਤਾਬਕ ਹੀ 7 ਵਜੇ ਟ੍ਰਾਂਸਫਰਸ ਹੋਈਆਂ, ਸਵੇਰੇ 10 ਵਜੇ ਤੱਕ ਉਹ ਅਕਾਊਂਟ ਵੀ ਖਾਲੀ ਹੋ ਗਿਆ। ਇਨਵੈਸਟੀਗੇਸ਼ਨ ਦਾ ਪਾਰਟ ਆ ਉਹ, ਕਿ ਉਹ ਪੈਸੇ ਗਏ ਕਿੱਥੇ, ਅੱਗੇ ਮੂਵ ਕਿੱਥੇ ਹੋਏ ਆ। ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਕਲੀਅਰ ਕਰ ਪਾਵਾਂਗੇ। ਹੁਣ ਅਸੀਂ ਹਾਲੇ ਇਸ ਸਟੇਜ 'ਚ ਨਹੀਂ ਹੈਗੇ ਵੀ ਅੱਜ ਹੀ ਕਲੀਅਰ ਕਰ। ਥੈਂਕ ਯੂ ਸਰ।